ਵਾਰਤਕ ਭਾਗ ਸ਼ਰਧਾ ਰਾਮ ਫਿਲੌਰੀ। ਪੰਡਿਤ ਸ਼ਰਧਾ ਰਾਮ ਫਿਲੌਰੀ ਆਧੁਨਿਕ ਵਾਰਤਕ ਦੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ। ਪਿਤਾ ਦਾ ਨਾਮ ਪੰਡਿਤ ਜੈ ਦਿਆਲ ਜੋਸ਼ੀ, ਜੋਤਸ਼ੀ ਵੀ ਕਹਿੰਦੇ ਆ। ਬ੍ਰਾਹਮਣ ਪਰਿਵਾਰ 'ਚ ਜਨਮ ਹੁੰਦਾ ਇਹਨਾਂ ਦਾ। 30 ਸਤੰਬਰ 1837 ਨੂੰ ਜਨਮ ਹੁੰਦਾ। ਫਿਲੌਰ ਦੇ ਵਿਖੇ, ਜਲੰਧਰ ਜ਼ਿਲ੍ਹਾ ਸੀ। ਫਿਲੌਰ ਦੇ ਵਿੱਚ ਜਨਮ ਹੋਣ ਕਰਕੇ ਇਹਨਾਂ ਦੇ ਨਾਮ ਦੇ ਨਾਲ ਫਿਲੌਰੀ ਜੁੜਿਆ ਹੈ। ਸਵਰਗਵਾਸ ਇਹ 24 ਤੇ 25 ਜੂਨ ਦੋਨੋਂ ਮਿਲਦੀਆਂ ਨੇ 1881 ਨੂੰ। 44 ਸਾਲ ਦੀ ਇਹਨਾਂ ਦੀ ਉਮਰ ਸੀ। ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਲਿਖਾਰੀਆਂ ਦੇ ਵਿੱਚ ਇਹਨਾਂ ਨੂੰ ਗਿਣਿਆ ਜਾਂਦਾ ਹੈ। ਸਿੱਖਿਆ ਜੋ ਇਹਨਾਂ ਨੇ ਲਈ ਆ, ਪੰਡਿਤ ਰਾਮ ਚੰਦਰ ਤੋਂ ਸੰਸਕ੍ਰਿਤ ਦੀ ਸਿੱਖਿਆ ਲਈ ਹੈ। ਸੈਯਦ ਅਬਦੁੱਲੇ ਸ਼ਾਹ ਤੋਂ ਇਹਨਾਂ ਨੇ ਫਾਰਸੀ ਸਿੱਖੀ ਹੈ। ਅਤੇ ਲਿਖਾਰੀ ਬਣਨ ਦੀ ਜੋ ਇਹਨਾਂ ਨੂੰ ਜਾਗ ਲੱਗੀ ਹੈ, ਉਹ ਵਿਦਵਾਨ ਪਾਦਰੀ ਨਿਊਟਨ, ਕਿਹੜੇ ਪਾਦਰੀ ਸੀਗੇ? ਨਿਊਟਨ, ਇਹਨਾਂ ਦੀ ਸੰਗਤ ਸਦਕਾ ਲੱਗੀ ਹੈ। ਰਚਨਾ ਕਿਹੜੀਆਂ ਭਾਸ਼ਾਵਾਂ ਦੇ ਵਿੱਚ ਕੀਤੀ ਹੈ? ਹਿੰਦੀ, ਉਰਦੂ ਅਤੇ ਪੰਜਾਬੀ ਦੇ ਵਿੱਚ। ਅੰਗਰੇਜ਼ਾਂ ਦੇ ਕਹਿਣ 'ਤੇ ਇਹਨਾਂ ਨੇ ਪੁਸਤਕਾਂ ਲਿਖੀਆਂ। ਸਾਲਾਂ ਬੱਧੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਲੋਕ ਗੱਲਬਾਤਾਂ, ਮੁਹਾਵਰੇ ਅਤੇ ਰਹਿਣ ਸਹਿਣ ਦੇ ਢੰਗਾਂ ਬਾਰੇ ਇਹਨਾਂ ਨੇ ਜਾਣਕਾਰੀ ਪ੍ਰਾਪਤ ਕੀਤੀ ਹੈ। ਪੰਜਾਬੀ ਦੇ ਵਿੱਚ ਇਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਸਿਰਫ 2 ਨੇ। ਪਹਿਲੀ ਹੈ ਸਿੱਖਾਂ ਦੇ ਰਾਜ ਦੀ ਵਿੱਥਿਆ ਅਤੇ ਦੂਜੀ ਹੈ ਪੰਜਾਬੀ ਬਾਤਚੀਤ। ਅੰਗਰੇਜ਼ਾਂ ਦੇ ਕਹਿਣ 'ਤੇ ਇਹਨਾਂ ਨੇ ਪੁਸਤਕਾਂ ਲਿਖੀਆਂ ਸੀ। ਪਹਿਲੀ ਪੁਸਤਕ ਸਿੱਖਾਂ ਦੇ ਰਾਜ ਦੀ ਵਿੱਥਿਆ ਪ੍ਰਕਾਸ਼ਿਤ ਹੁੰਦੀ ਹੈ 1868 ਦੇ ਵਿੱਚ, ਪਰ ਲਿਖੀ ਇਹ 66 ਦੇ ਵਿੱਚ ਸੀ। ਲਿਖੀ ਸੀ 1866 ਦੇ ਵਿੱਚ, ਪ੍ਰਕਾਸ਼ਿਤ ਹੁੰਦੀ ਹੈ 1868 ਦੇ ਵਿੱਚ। ਆਧੁਨਿਕ ਪੰਜਾਬੀ ਵਾਰਤਕ ਦਾ ਮੁੱਢ ਇਹਨਾਂ ਨੇ ਇਸੇ ਪੁਸਤਕ ਨਾਲ ਬੰਨ੍ਹਿਆ ਹੈ। ਜੋ ਸਿੱਖਾਂ ਦੇ ਰਾਜ ਦੀ ਵਿੱਥਿਆ ਕਿਤਾਬ ਹੈ, ਇਹ ਪੰਜਾਬ ਦੇ ਲੈਫਟੀਨੈਂਟ ਗਵਰਨਰ ਮੈਕਲੌਡ ਦੇ ਕਹਿਣ 'ਤੇ ਲਿਖੀ ਸੀ। ਅਤੇ ਦੂਜੀ ਪੁਸਤਕ ਹੈ ਪੰਜਾਬੀ ਬਾਤਚੀਤ, ਇਹ 1875 ਦੇ ਵਿੱਚ ਲਿਖੀ ਸੀ। ਓਮ ਜੈ ਜਗਦੀਸ਼ ਹਰੇ ਆਰਤੀ ਇਹਨਾਂ ਨੇ ਲਿਖੀ ਹੈ, ਬਹੁਤ ਫੇਮਸ ਆਰਤੀ ਹੈ ਇਹਨਾਂ ਦੀ। ਪਹਿਲੀ ਜਿਹੜੀ ਪੁਸਤਕ ਹੈ ਸਿੱਖਾਂ ਦੇ ਰਾਜ ਦੀ ਵਿੱਥਿਆ, ਇਹ 3 ਭਾਗਾਂ ਦੇ ਵਿੱਚ ਹੈ। ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਬਾਰੇ ਜਿਹੜਾ ਮੇਨ ਤੌਰ 'ਤੇ ਭਾਗ ਹੈ, ਉਹ ਹੈ ਤੀਜਾ। ਪਹਿਲੇ ਭਾਗ ਦੇ ਵਿੱਚ ਗੁਰੂ ਸਾਹਿਬਾਨਾਂ ਬਾਰੇ ਹੈ, ਰਹਿਤਨਾਮਿਆਂ, ਜ਼ਫਰਨਾਮਿਆਂ ਬਾਰੇ ਹੈ। ਦੂਜੇ ਭਾਗ ਦੇ ਵਿੱਚ 12 ਮਿਸਲਾਂ ਬਾਰੇ ਹੈ। ਸਿੱਖ ਰਾਜ ਦੀਆਂ ਜਿਹੜੀਆਂ 12 ਮਿਸਲਾਂ ਹੋਈਆਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ। ਫਿਰ ਉਦੋਂ ਬਾਅਦ ਅੰਗਰੇਜ਼ਾਂ ਦੇ ਕਬਜ਼ੇ ਤੱਕ ਦਾ ਬਿਆਨ ਹੈ, ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਸੀ। ਅੰਗਰੇਜ਼ਾਂ ਦੀ ਹਕੂਮਤ ਦਾ ਇਹਨਾਂ ਨੇ ਬਿਰਤਾਂਤ ਕੀਤਾ। ਤੀਜੇ ਭਾਗ ਦੇ ਵਿੱਚ ਠੇਠ ਪੰਜਾਬੀ ਦੇ ਵਿੱਚ ਤੀਜਾ ਭਾਗ ਲਿਖਿਆ ਹੋਇਆ। ਇਹਦੇ ਵਿੱਚ ਪੰਜਾਬ ਦੀਆਂ ਰਹੁ ਰੀਤਾਂ, ਲੋਕ ਗੀਤਾਂ, ਅਖਾਣਾਂ ਦਾ ਸੰਕਲਨ ਹੈ। ਅਤੇ ਅਖੀਰ ਦੇ ਵਿੱਚ 20 ਸਾਖੀਆਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ। ਅਤੇ ਜਿਹੜਾ ਇਹ ਤੀਜਾ ਅਧਿਆਇ ਹੈ, ਇਹਨੂੰ ਪੰਜਾਬੀ ਪਾਠ ਪੁਸਤਕ ਕਹਿੰਦੇ ਹੈ। ਇਹਨਾਂ ਨੇ ਜੋ ਸਿੱਖਾਂ ਦੇ ਰਾਜ ਦੀ ਵਿੱਥਿਆ ਕਿਤਾਬ ਹੈ, ਉਹਦੇ ਵਿੱਚ ਸਹੀ ਤੱਥ ਪੇਸ਼ ਨਹੀਂ ਕੀਤੇ। ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ, ਕਿਉਂਕਿ ਅੰਗਰੇਜ਼ਾਂ ਦੇ ਕਹਿਣ 'ਤੇ ਪੁਸਤਕਾਂ ਲਿਖੀਆਂ ਸੀ ਤਾਂ ਉਹਨਾਂ ਦੀ ਖੁਸ਼ਾਮਦੀ ਕਰਨ ਲਈ ਲਿਖੀਆਂ ਸੀਗੀਆਂ। ਤਾਂ ਕਰਕੇ ਫਿਰ ਉਹਨਾਂ ਦੇ ਅੰਗਰੇਜ਼ ਪੱਖੀ ਕਿਤਾਬ ਇਹਨਾਂ ਨੇ ਲਿਖੀ ਆ। ਉਹਦੇ ਵਿੱਚ ਸਿੱਖਾਂ ਬਾਰੇ ਜਿਹੜੀ ਸਹੀ ਜਾਣਕਾਰੀ ਨਹੀਂ ਦਿੱਤੀ। ਸਿੱਖ ਰਾਜ ਕਾਲ ਦੀ ਸ਼ੈਲੀ ਇਹਨਾਂ ਦੀ ਹੈ ਕਥਾਕਾਰਾਂ ਵਾਲੀ ਸ਼ੈਲੀ ਹੈ। ਦੂਜੀ ਪੁਸਤਕ ਪੰਜਾਬੀ ਬਾਤਚੀਤ ਹੈ, 1875 ਦੇ ਵਿੱਚ ਪਾਦਰੀ ਨਿਊਟਨ ਦੇ ਕਹਿਣ 'ਤੇ ਲਿਖੀ ਹੈ। ਸਿੱਖਾਂ ਦੇ ਰਾਜ ਦੀ ਵਿੱਥਿਆ ਲਿਖੀ ਸੀਗੀ ਮੈਕਲੌਡ ਦੇ ਕਹਿਣ 'ਤੇ। ਅਤੇ ਬਾਤਚੀਤ ਜੋ ਹੈ ਪੰਜਾਬੀ ਬਾਤਚੀਤ, ਇਹ ਲਿਖੀ ਹੈ ਪਾਦਰੀ ਨਿਊਟਨ ਦੇ ਕਹਿਣ 'ਤੇ। ਇਹਦੇ ਵੀ 3 ਭਾਗ ਹੈ। ਪਹਿਲੇ ਭਾਗ 'ਚ ਮਾਝੇ ਦੇ ਲੋਕਾਂ ਦਾ ਕਾਰ ਵਿਹਾਰ ਹੈ। ਦੂਜੇ ਦੇ ਵਿੱਚ ਦੁਆਬੇ ਦੇ ਲੋਕਾਂ ਦਾ ਕਾਰ ਵਿਹਾਰ, ਉਹਨਾਂ ਦਾ ਦੈਨਿਕ ਜੀਵਨ ਹੈ, ਰਹਿਣ ਸਹਿਣ ਹੈ। ਤੀਜੇ ਭਾਗ ਦੇ ਵਿੱਚ ਦੁਆਬੇ ਦੇ ਮੁਸਲਮਾਨਾਂ ਦਾ।
ਤੇ ਕਾਂਗੜੇ ਦੇ ਪਹਾੜੀਆਂ ਦਾ, ਕਾਂਗੜਾ ਆਪਾਂ ਨੂੰ ਪਤਾ ਹੀ ਪਹਾੜੀ ਇਲਾਕਾ, ਉੱਥੋਂ ਦੇ ਪਹਾੜੀ ਲੋਕਾਂ ਬਾਰੇ ਹੈ, ਮਾਲਵੇ ਦੇ ਜੱਟਾਂ ਦੀ ਬੋਲੀ ਤੇ ਰਸਮਾਂ ਰਿਵਾਜਾਂ ਨੂੰ ਸ਼ਾਮਲ ਕੀਤਾ। ਇੱਕ ਇਹਨਾਂ ਨੇ ਨਾਵਲ ਲਿਖਿਆ ਜੀ ਭਾਗਿਆਵਤੀ, 1888 ਦੇ ਵਿੱਚ ਇਹ ਲਿਖਿਆ। ਬਾਲ ਵਿਆਹ ਦੇ ਵਿਰੋਧ ਕੀਤਾ ਗਿਆ ਇਸ ਨਾਵਲ ਦੇ ਵਿੱਚ। ਭਾਰਤੀ ਸਾਹਿਤ ਅਕਾਦਮੀ ਨੇ ਇਹਨੂੰ ਹਿੰਦੀ ਵਿੱਚ ਲਿਖਿਆ ਪਹਿਲਾ ਨਾਵਲ ਮੰਨਿਆ। ਸੰਸਕ੍ਰਿਤ ਦੇ ਵਿੱਚ ਇਹਨਾਂ ਦੀਆਂ 2 ਪੁਸਤਕਾਂ ਨੇ, ਨਿਤ ਪ੍ਰਾਰਥਨਾ ਤੇ ਆਤਮ ਚਿਕਿਤਸਾ। ਇਹ ਸੰਸਕ੍ਰਿਤ ਵਿੱਚ ਲਿਖੀਆਂ ਹੋਈਆਂ ਕਿਤਾਬਾਂ ਨੇ। ਇਹਨਾਂ ਨੇ ਧਾਰਮਿਕ ਰਚਨਾਵਾਂ ਕੀਤੀਆਂ, ਵਿਧਵਾਵਾਂ ਨੂੰ ਮੁੜ ਵਸਾਉਣ, ਬਾਲ ਵਿਆਹ ਆਦਿ ਬੁਰਾਈਆਂ ਖਿਲਾਫ ਵੀ ਆਵਾਜ਼ ਚੁੱਕੀ ਹੈ। ਗੁਰਮੁਖੀ, ਹਿੰਦੀ, ਸੰਸਕ੍ਰਿਤ, ਪਰਸ਼ੀਅਨ ਭਾਸ਼ਾ ਦੇ ਇਹ ਮਾਹਰ ਸੀ। ਗੂੜ ਸੰਗੀਤ ਦੇ ਪ੍ਰੇਮੀ ਸੀ। ਇਹਨਾਂ ਦੀ ਮਾਤਾ ਦਾ ਨਾਮ ਮਹਿਤਾਬ ਕੌਰ ਹੈ। ਕਿਤੇ ਕਿਤੇ ਇਹਨਾਂ ਦੀ ਪਤਨੀ ਦਾ ਨਾਮ ਵੀ ਮਹਿਤਾਬ ਕੌਰ ਲਿਖਿਆ ਮਿਲਦਾ ਹੈ। ਸਿੱਖਿਆ, ਕੋਈ ਉਚੇਰੀ ਸਿੱਖਿਆ ਇਹਨਾਂ ਨੇ ਗ੍ਰਹਿਣ ਨਹੀਂ ਕੀਤੀ, ਪਰ 7 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਗੁਰਮੁਖੀ ਸਿੱਖੀ। ਫਿਰ 10 ਸਾਲ ਦੀ ਉਮਰ ਤੱਕ ਹਿੰਦੀ, ਸੰਸਕ੍ਰਿਤ, ਪਰਸ਼ੀਅਨ, ਜੋਤਿਸ਼, ਸੰਗੀਤ ਸਿੱਖਿਆ। ਆਧੁਨਿਕ ਵਾਰਤਕ ਦੇ ਪਿਤਾਮਾ ਹਨ ਇਹ। ਪੰਜਾਬੀ ਸਾਹਿਤ ਲਿਖਣ ਦੀ ਪ੍ਰੇਰਨਾ ਮੈਕਲੋਡ ਤੋਂ ਮਿਲੀ ਹੈ। ਤੇ ਵਿਦਵਾਨ ਪਾਦਰੀ ਪੁੱਛ ਲੈਣ ਤਾਂ ਪਾਦਰੀ ਨਿਊਟਨ ਹੈ। ਮੈਕਲੋਡ ਦੇ ਕਹਿੰਦੇ ਤੋਂ ਪੁਸਤਕ ਲਿਖੀ ਸੀ ਇਹਨਾਂ ਨੇ, ਸਿੱਖਾਂ ਦੇ ਰਾਜ ਦੀ ਮਿਥਿਆ। ਤੇ ਬਹੁਤ ਇਹਨਾਂ ਨੇ ਭ੍ਰਮਣ ਕੀਤਾ ਪੰਜਾਬ ਦੇ ਵੱਖ-ਵੱਖ ਭਾਗਾਂ 'ਚ ਜਾ ਕੇ, ਉੱਥੋਂ ਦੇ ਜੋ ਰਹਿਣ ਸਹਿਣ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ। ਸਿੱਖਾਂ ਦੇ ਰਾਜ ਦੀ ਮਿਥਿਆ ਨੂੰ ਇੰਗਲਿਸ਼ 'ਚ ਟਰਾਂਸਲੇਟ ਕੀਤਾ, 2 ਜਣਿਆਂ ਨੇ ਕੀਤਾ। 2 ਅੰਗਰੇਜ਼ੀ ਤਰਜਮੇ ਹੋਏ ਆ ਇਹਦੇ, ਪਹਿਲਾ 1888 'ਚ ਤੇ ਦੂਜਾ 1901 'ਚ ਹੋਇਆ। ਪਹਿਲਾ ਹੈਨਰੀ ਕੋਟ ਨੇ ਕੀਤਾ, ਦੂਜਾ ਗਿਆਨੀ ਜਵਾਹਰ ਸਿੰਘ ਨੇ ਕੀਤਾ, ਪਰ ਕੀਤੇ ਦੋਨੇ ਇੰਗਲਿਸ਼ ਦੇ ਵਿੱਚ ਹੈ। ਜੋ ਆ ਮਾਤਾ ਜਾਂ ਪਤਨੀ ਦਾ ਨਾਮ ਹੈ, ਇਸ ਬਾਰੇ ਮੈਂ ਤੁਹਾਨੂੰ ਕਲੀਅਰ ਕਰ ਦੂੰਗੀ ਨੈਕਸਟ ਵੀਡੀਓ ਦੇ ਵਿੱਚ, ਕਿਉਂਕਿ ਉਹਨਾਂ ਦੇ ਅਨੁਸਾਰ ਇਸ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਪਾਈਆਂ ਗਈਆਂ ਸਨ ਤੇ ਇਹਨਾਂ ਦੀ ਲੰਮੀ ਭੂਮਿਕਾ ਵੀ ਲਿਖੀ ਹੈ। ਪੰਜਾਬੀ ਬਾਤਚੀਤ 1875 ਦੇ ਵਿੱਚ ਛਪਦੀ ਹੈ। ਇਸ ਪੁਸਤਕ ਦਾ ਮਨੋਰਥ ਇਹ ਸੀ ਵੀ ਜਿਹੜੇ ਵਿਦੇਸ਼ੀ ਲੋਕ ਨੇ ਉਹਨਾਂ ਨੂੰ ਪੰਜਾਬੀ ਭਾਸ਼ਾ ਸਿਖਾਉਣਾ। ਇਹ 3 ਭਾਗਾਂ ਦੇ ਵਿੱਚ ਵੰਡੀ ਹੋਈ ਹੈ, ਜਿਹੜੀ ਆਪਾਂ ਪਿੱਛੇ ਦੇਖ ਚੁੱਕੇ ਹਾਂ। ਪੰਜਾਬ ਸਰਕਾਰ ਤੋਂ ਪ੍ਰਮਾਣਿਤ ਕਿਤਾਬ ਹੈ, ਸਕੂਲਾਂ ਵਿੱਚ ਵੀ ਪੜ੍ਹਾਈ ਜਾਂਦੀ ਹੈ, ਕਿਉਂਕਿ ਕਲਚਰ ਪੱਖੋਂ ਇਹ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਪੁਰਾਣੇ ਪੰਜਾਬ ਦੀ ਝਲਕ ਸਾਨੂੰ ਮਿਲਦੀ ਹੈ। ਪੰਜਾਬੀ ਸੱਭਿਆਚਾਰ ਅਤੇ ਬੋਲਚਾਲ ਨੂੰ ਰੂਪਮਾਨ ਕਰਨ ਵਾਲੀ ਰਚਨਾ ਹੈ। ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਹੋਣ ਕਰਕੇ ਆਪਣੀਆਂ ਲਿਖਤਾਂ ਨੂੰ ਇਹਨਾਂ ਨੇ ਵਿਆਕਰਨਿਕ ਨਿਯਮਾਂ ਅਧੀਨ ਰੱਖਣ ਦਾ ਯਤਨ ਕੀਤਾ ਹੈ। ਤੇ ਜੋ ਪੰਜਾਬੀ ਬਾਤਚੀਤ ਕਿਤਾਬ ਹੈ, ਇਹਦੇ ਵਿੱਚ ਆਮ ਬੋਲਚਾਲ ਨੂੰ ਨਾਟਕੀ ਵਾਰਤਾਲਾਪ ਦਾ ਰੂਪ ਦਿੱਤਾ ਹੈ ਪੰਡਿਤ ਸ਼ਰਧਾ ਰਾਮ ਫਿਲੌਰੀ ਨੇ। ਤੇ ਜੋ ਮਹਿਤਾਬ ਕੌਰ, ਪਿੱਛੇ ਮਾਤਾ ਦਾ ਨਾਮ ਲਿਖਿਆ ਸੀ, ਕਿਤੇ ਕਿਤੇ ਇਹਨਾਂ ਦੀ ਮਾਤਾ ਦਾ ਨਾਮ ਮੈਂ ਬਿਸ਼ਨ ਦੇਈ ਵੀ ਪੜ੍ਹਿਆ ਤੇ ਮਹਿਤਾਬ ਕੌਰ ਵੀ ਪੜ੍ਹਿਆ, ਤੇ ਇੱਕ ਜਗ੍ਹਾ ਤੇ ਪਤਨੀ ਦਾ ਨਾਮ ਵੀ ਮਹਿਤਾਬ ਕੌਰ ਪੜ੍ਹਿਆ ਹੈ। ਤੇ ਇਹਨਾਂ ਬਾਰੇ ਜੇਕਰ ਮੈਨੂੰ ਹੋਰ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੂੰਗੀ।